ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸਿਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੂ ਦੁਆਰ, ਬਾਹ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦੀਨ ਤੇ ਦੁਨੀਆ ਦੇ ਰਹਿਬਰ ਪਾਤਸ਼ਾਹ, ਵਾਲੀਏ ਦੋ ਜਹਾਨ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵਡਭਾਗੇ ਹਾਂ। ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਹਜ਼ੂਰ ਦੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਗੁਰੂ ਕੀ ਗੋਦ ਵਿੱਚ ਬੈਠ ਕੇ ਪੰਥ ਦੇ ਸਨਮਾਨਯੋਗ ਰਾਗੀ ਜਥੇ ਪਾਸੋਂ ਆਪ ਜੀ ਨੇ ਹਜ਼ੂਰ ਦੀ ਪਾਵਨ ਪਵਿੱਤਰ ਬਾਣੀ ਦਾ ਮਨੋਹਰ ਕੀਰਤਨ ਬਾ ਅਦਬ ਸਰਵਣ ਕੀਤਾ ਹੈ। ਆਓ ਇਕਾਗਰਤਾ ਬਣਾਈਏ। ਸਤਿਗੁਰੂ ਜੀ ਨੇ ਪਾਵਨ ਗੋਦ ਵਿੱਚ ਬੈਠਣ ਦਾ ਹੋਰ ਸਾਨੂੰ ਸੁਭਾਗ ਬਖਸ਼ਿਆ ਹੈ। ਉਸ ਸੁਭਾਗੇ ਸਮੇਂ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਿਰਪਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਨਿਰੋਲ ਗੁਰਮਤਿ ਅਨੁਸਾਰ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਕਰਵਾਉਣ ਅਤੇ ਆਪ ਸਿੱਖ ਸੰਗਤਾਂ ਦੇ ਹਿਰਦੇ ਦੇ ਵਿੱਚ ਗੁਰੂ ਦੇ ਉਹ ਅੰਮ੍ਰਿਤਮਈ ਬਚਨ ਵਸ ਜਾਣ। ਆਓ ਸਾਰੇ ਹੀ ਰਲ ਮਿਲ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਅਦਬ ਸਹਿਤ ਕਿਰਪਾ ਕਰੋ, ਅਸੀਸ ਬਖਸ਼ੋ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਤਵੱਜੋ ਦਿਓ। ਸਤਿਗੁਰੂ ਜੀ ਦੀ ਪਾਵਨ ਬਾਣੀ ਹੈ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਆਸਵਾ। ਗੁਰੂ ਦਾ ਸ਼ਬਦ ਇੱਕ ਰਤਨ ਹੈ। ਜਦੋਂ ਇਹ ਰਤਨ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਯਕੀਨ ਕਰਕੇ ਜਾਣਿਓ ਜਨਮਾਂ ਜਨਮਾਂ ਤਰ੍ਹਾਂ ਦੀ ਮੈਲ, ਜਨਮਾਂ ਜਨਮਾਂ ਦੇ ਪਾਪ ਔਰ ਵਿਕਾਰਾਂ ਤੋਂ ਮਨ ਸਾਫ਼ ਹੋ ਜਾਂਦਾ ਹੈ ਔਰ ਗੁਰੂ ਕਾ ਸਿੱਖ ਗੁਰੂ ਦੀ ਬਾਣੀ ਦੇ ਆਸੇ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦਾ ਹੈ। ਪਰ ਸਵਾਲ ਇਹੀ ਹੈ ਕਿ ਕੇਵਲ ਗੁਰੂ ਦੀ ਬਾਣੀ ਜਿਹੜੀ ਹੈ, ਇਹਨੂੰ ਆਧਿਆਤਮਕ ਤੌਰ ਤੇ ਅਸੀਂ ਮੰਨੀਏ, ਹਿਰਦੇ ਵਿੱਚ ਵਸਾਈਏ। ਜਿਸ ਦਿਨ ਗੁਰੂ ਕੇ ਬਚਨ ਹਿਰਦੇ ਵਿੱਚ ਵਸ ਗਏ, ਜੀਵਨ ਦਾ ਇਸ ਸੰਸਾਰ ਤੇ ਆਇਆ ਸਫਲਾ ਹੋ ਜਾਵੇਗਾ। ਕਹਿਣ ਲੱਗੇ ਇੱਕ ਗਰੀਬ ਜਿਹਾ ਨਗਰ ਸੀ, ਉਥੋਂ ਦੇ ਵਸਿੰਦੇ ਜਿਹੜੇ ਨਾ ਉਹ ਗਰੀਬ ਸੀਗੇ, ਧਿਆਨ ਦਿਓ। ਤੇ ਕਹਿਣ ਲੱਗੇ ਉਹ ਗਰੀਬ ਵਸਿੰਦਿਆਂ ਨੂੰ ਪਿੰਡ ਦੇ ਇੱਕ ਸੱਜਣ ਮੋਹਤਵਾਰ ਸੀ, ਥੋੜਾ ਸਿਆਣਾ ਤੇ ਗਿਆਨਵਾਨ ਸੀ। ਕਹਿਣ ਲੱਗੇ ਉਹਨੇ ਸੋਚਿਆ ਉਹ ਪਿੰਡ ਦੀ ਗਰੀਬੀ ਕੱਢ ਕਿਉਂ ਨਾ ਦਿੱਤੀ ਜਾਵੇ, ਕਿੱਦਾਂ ਨਾ ਹੋਵੇ, ਕੋਈ ਐਸਾ ਯਤਨ ਕੀਤਾ ਜਾਵੇ, ਕੁਝ ਐਸਾ ਉਪਰਲਾ ਕੀਤਾ ਜਾਵੇ
कोई ऐसा ढंग तरीका अपनाया जावे कि इस नगर की गरीबी नूं कढ़िया जावे। ये सोच के कहन लगे कि मेरे पिंड दे लोग अमीर हो जाण, मेरे पिंड की गरीबी निकल जावे। ये सोच के कहन लगे वो एक खाण की खोज वास्ते अपने पिंड नूं छड्ड के बाहर चल पिया। बड़ा उसने भरमन किया, बड़ा रटन किया। कहंदे बड़े भरमन तो बाद उहनूं एक खजाना मिलिया। उस खजाने तक जदों वो पहुंचया, उन्हें सोचा जदों परत के पिंड जावांगा हो सकदा मैं वडेरी उम्र हो चुकी है, क्यों ना इस खजाने का मैप बना के, क्यों ना इस नगर दे लोकां नूं अमीर करन वास्ते मैं एक मैप बनावां ते उस मैप दे राही लोग इत्थे तक पुज जाण ते जदों लोग इत्थे पुज जाणगे उन्हां नूं एक खजाना मिल जावेगा। जदों उन्हां लोकां नूं एक खजाना मिल गया ते मेरे पिंड दी गरीबी चुकी जाएगी। कहने लगे उन्हें एक सोच के मैप तैयार किया ते उत्ते लिख दिता अमीर बनो। जिद्दां भी किदां सी वो मैप जिहड़ा सीगा उन्हें अपने नगर दे लोकां तक पहुंचा दिता। कहने लगे अमीर पिंड दे लोकां ने उस मैप दीयां काफी सारियां होर फोटोकॉपियां तैयार करवा लईयां। हर एक ने अपने कोल उत्ते रख लिया अमीर बनो। जिवें अज भी बहुत सारियां किताबां मिल जांदियां ने, कई कोई कहंदा जी आ बनो आ बनो। कहने लगे सारियां ने अपने कोल रख लिया, पर किसी ने उस मैप नूं समझण दा यतन नहीं कीता। किसी ने भी उस मैप नूं देख के सही तरीके दे नाल उहदे उत्ते चलण दा यतन नहीं कीता। कहने लगे समा अपनी चाल चलदा गया। कहने लगे लंबे समय तो बाद वो बुजुर्ग शरीर कहने लगा ओ मना देख सारे लोग तक मेरा खजाना चले गया, मेरे पिंड दे लोकां तक, ते मैं भी हुण इस संसार तो जाण वाला हां, पर मेरे पिंड दा कोई बंदा परत के वापस आया इत्थे क्यों नहीं। कहने लगे ये सोच जदों वो अपने नगर पहुंचे आ ना ते पिंड दे लोकां नूं इकट्ठिया कीता। कहण लगा वो पिंड अजे उसे तरह ही है। कहण लगे हाँ। कहण लगा मैं एक मैप भेजिया सी, एक नक्शा बना के भेजिया सी कि अमीर किदां बनना है। हर एक बंदा उठ के खड़ा हो गया। कहण लगे हाँ साडे कोलों वो मैप पिया होया है। कहण लगा किथे है। हर एक बंदा कहंदा असीं तां उहनूं बड़ी ढंग नाल सवार के रखिया है। कहंदा असीं अपने कपड़ियां च लपेट के, कहण लगे उहनूं ट्रंक विच रखिया, साफ सुथरे कपड़ियां विच, कदे कदे उहनूं धूफ भी करदे आ। ਉਹਦੇ ਮੱਥੇ ਤੇ ਹੱਥ ਮਾਰਿਆ। ਕਹਿਣ ਲੱਗਾ ਉਹ ਇਹ ਧੀ ਧੂਫ ਕਰਨ ਵਾਸਤੇ ਤੇ ਕੇਵਲ ਕੱਪੜਿਆਂ 'ਚ ਲਪੇਟਣ ਵਾਸਤੇ ਨਹੀਂ ਸੀ। ਦਰਅਸਲ ਇਹ ਮੈਪ ਨੂੰ ਤੁਸੀਂ ਪੜ੍ਹ ਕੇ ਇਹ ਦਿੱਤੇ ਹੋਏ ਮੈਪ ਰੋਡ ਦੇ ਰਾਹੀਂ ਆਪਣੇ ਉਸ ਨਿਸ਼ਾਨੇ ਤੇ ਪੁੱਜਣਾ ਸੀ ਜਿੱਥੇ ਤੁਸੀਂ ਅਮੀਰ ਹੋਣਾ ਸੀ, ਹੀਰੇ ਮਿਲਣੇ ਸੀ। ਸਵਾਲ ਇਸੇ ਗੱਲ ਦਾ ਹੀ ਹੈ। ਅਦੀਬ ਨੇ ਗੱਲ ਨੂੰ ਘੁਮਾਇਆ। ਕਹਿਣ ਲੱਗਾ ਦਰਅਸਲ ਜਦੋਂ ਬਾਬਾ ਨਾਨਕ ਇਸ ਦੁਨੀਆ ਤੇ ਆਇਆ, ਧਰਮ ਜਦੋਂ ਖੰਭ ਲਾ ਕੇ ਉੱਡ ਚੁੱਕਾ ਸੀ, गरीब ते नमाणे ते नताणे लोकां नूं लुटिया ते कुटिया जा रहा सी। आत्मक तौर ते लोकां नूं बलवान करके भरम दे हनेरे विचों कढ के गुरमत दे राह ते किवें चलाउणा, बाबे नानक ने यह भरमण कीता। ते बाबे नानक ने भरमण करके थां थां गए। जिन्ना जिन्ना रहबरां दे कोलों, जिन्ना जिन्ना पीरां पैगंबरां औलियां ते दरवेशां दे कोलों ब्रह्म दा ज्ञान सी वो इकट्ठा कीता। चाहे वह भगत रविदास जी सन, चाहे भगत नामदेव जी सन, चाहे बाबा फरीद जी सन, चाहे बाबा कबीर जी सी, चाहे बाबा सदना जी सन, जिन्ने भी किंदे उस समय दे ब्रह्म ज्ञान इकट्ठा करी बैठे गुरमुख प्यारे सन, बाबा नानक उन्हां कोलों गया। ਉਹਦਾ ਕਾਰਨ ਇੱਕ ਸੀ ਕਿ ਜਿਹੜੇ ਲੋਕ ਆਤਮਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ, ਜਿਹੜੇ ਲੋਕ ਵਹਿਮਾਂ ਤੇ ਭਰਮਾਂ ਤੇ ਪਖੰਡਾਂ ਦੇ ਵਿੱਚ ਪੈ ਚੁੱਕੇ ਹਨ, ਜਿਹੜੇ ਲੋਕ ਨਿਰਧਨ ਹੋ ਚੁੱਕੇ ਹਨ ਆਤਮਿਕ ਤੌਰ ਤੇ, ਉਹਨਾਂ ਨੂੰ ਅਮੀਰ ਕਿਵੇਂ ਕੀਤਾ ਜਾਵੇ। ਬਾਬੇ ਨੇ ਦੁਨੀਆ ਦਾ ਭਰਮਣ ਕੀਤਾ, ਥਾਂ ਥਾਂ ਤੋਂ ਬ੍ਰਹਮ ਦਾ ਗਿਆਨ ਇਕੱਠਾ ਕੀਤਾ। ਉਸ ਇਕੱਠੇ ਨੂੰ ਕਰਕੇ ਇੱਕ ਮੈਪ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਆ ਪਰੋਸਿਆ। ਗੁਰੂ ਕੇ ਸਿੱਖੋ, ਜਿੰਨਾ ਚਿਰ ਇਸ ਨਕਸ਼ੇ ਦੇ ਨਾਲ, ਜਿੰਨਾ ਚਿਰ ਇਸ ਮੈਪ ਰੋਡ ਨੂੰ ਪੜ੍ਹ ਕੇ ਚੱਲਣ ਦਾ ਯਤਨ ਕਰੋਗੇ, ਆਪਣੀ ਮੰਜ਼ਿਲ ਤੇ ਪੁੱਜੋਗੇ। ਗੁਰਬਾਣੀ ਇੱਕ ਉਹ ਗੁਰੂ ਦਾ ਨਾਮ ਸੀ, ਗੁਰਬਾਣੀ ਗੁਰੂ ਦਾ ਉਹ ਸ਼ਬਦ ਹੈ ਜਿਹਨੂੰ ਪੜ੍ਹਨਾ, ਵਿਚਾਰਨਾ, ਹਿਰਦੇ ਵਿੱਚ ਵਸਾਉਣਾ ਤੇ ਆਪਣੀ ਮੰਜ਼ਿਲ ਤੱਕ ਪਹੁੰਚਣਾ। ਕਿਉਂਕਿ ਬਾਣੀ ਸਾਨੂੰ ਜੀਵਨ ਜੁਗਤੀ ਦੱਸਦੀ ਹੈ, ਨਾਲ ਦੀ ਨਾਲ ਹੀ ਬਾਣੀ ਇਹ ਸਾਨੂੰ ਦੱਸਦੀ ਹੈ ਕਿ ਖਸਮ ਦਾ ਦਰ ਕਿੱਦਾਂ ਪਾਉਣਾ ਹੈ। ਪਰ ਇਹ ਉਦੋਂ ਹੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜੇ ਰਹਿੰਦੇ ਹਾਂ।
ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹਨਾਂ ਸ਼ਬਦਾਂ ਦੀ ਪ੍ਰੋੜਤਾ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਕੋਈ ਗੁਰੂ ਕਾ ਸਿੱਖ, ਉਹਨਾਂ ਨੇ ਅੰਮ੍ਰਿਤ ਬਚਨ ਬੜੇ ਪਿਆਰੇ ਵਰਤੇ ਨੇ। ਕਹਿਣ ਲੱਗੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨੀਚੈ ਪ੍ਰਸਾਦ ਪਾਵਈ। ਤਬੀਅਤ ਭਾਈ ਗੁਰਦਾਸ ਜੀ ਦਾ ਕਹਿਣ ਲੱਗੇ ਕਿਸੇ ਦੇ ਮਨ ਵਿੱਚ ਚਿੱਤ ਵਿੱਚ ਆਇਆ ਕਿ ਮੈਂ ਅਮੀਰ ਬਣਨਾ ਹੈ। ਉਹਨੇ ਆਪਣੇ ਨਾਲ ਦੇ ਜ਼ੋਰੀ ਨੂੰ ਪੁੱਛਿਆ, ਕਹਿਣ ਲੱਗਾ ਅਮੀਰ ਕਿੱਦਾਂ ਬਣੀਦਾ? ਕਹਿੰਦਾ ਹੀਰੇ ਚਾਹੀਦੇ ਨੇ, ਜਵਾਹਰਾਤ ਮਿਲਦੇ ਨੇ। ਕਹਿੰਦਾ ਇਹ ਮਿਲਦੇ ਕਿੱਥੋਂ ਹੈ? ਕਹਿਣ ਲੱਗਾ ਇਹ ਸਮੁੰਦਰ ਚੋਂ ਮਿਲਦੇ ਨੇ, ਤੇ ਸਮੁੰਦਰ ਵਿੱਚੋਂ ਜਾ ਕੇ ਆਪਣੇ ਆਪ ਨੂੰ ਗਵਾਉਣਾ ਪੈਂਦਾ, ਫਿਰ ਉਥੋਂ ਇਹ ਹੀਰੇ ਰਤਨ ਜਵਾਹਰਾਤ ਮਿਲਦੇ ਨੇ। ਕਹਿਣ ਲੱਗੇ ਕੋਈ ਮੇਰੇ ਵਰਗਾ ਸੀ, ਉਹ ਕਹਿਣ ਲੱਗਾ ਚੱਲ ਮਨਾ ਕਿਉਂ ਨਾ, ਐਵੇਂ ਇੰਨੀ ਮਿਹਨਤ ਕਰਨ ਨਾਲੋਂ ਸਮੁੰਦਰ ਤੇ ਚੱਲੀਏ, ਕੋਈ ਹੋ ਸਕਦਾ ਹੀਰੇ ਮੈਨੂੰ ਵੀ ਮਿਲ ਜਾਣ, ਤੇ ਉਹਨਾਂ ਹੀਰਿਆਂ ਨੂੰ ਲਿਆਣ ਕੇ ਜੌਹਰੀ ਨੂੰ ਦੇ ਕੇ ਦਿਨ ਦੀ ਗਰੀਬੀ ਕਿਉਂ ਨਾ ਕੱਟ ਲਈਏ। ਕਹਿਣ ਲੱਗੇ ਸਮੁੰਦਰ ਦੇ ਕਿਨਾਰੇ ਤੇ ਗਿਆ। ਸਮੁੰਦਰ ਦੇ ਕਿਨਾਰੇ ਤੇ ਜਾ ਕੇ ਕਾਫੀ ਘੁੰਮਣ ਤੋਂ ਬਾਅਦ ਬਹੁਤ ਸਾਰੀਆਂ ਛਿਪੀਆਂ ਜੀਆਂ ਇਕੱਠੀਆਂ ਹੋਣਾ ਸੀ। ਕਹਿਣ ਲੱਗੇ ਉਹਨੇ ਇਹਨਾਂ ਨੂੰ ਹੀਰੇ ਸਮਝ ਕੇ ਇਕੱਠਿਆਂ ਕਰਕੇ ਆਪਣੀ ਝੋਲੀ ਭਰੀ ਤੇ ਚੱਕ ਕੇ ਜੌਹਰੀ ਕੋਲ ਲੈ ਆਇਆ। ਕਹਿਣ ਲੱਗਾ ਇਹ ਕੀ? ਕਹਿਣ ਲੱਗਾ ਸਮੁੰਦਰ ਤੋਂ ਲਿਆਇਆ। ਕਹਿਣ ਲੱਗਾ ਇਹ ਤਾਂ ਕੇਵਲ ਛਿਪੀਆਂ ਨੇ, ਇਹ ਮੇਰੇ ਕਿਸ ਕੰਮ ਨੇ? ਕਹਿਣ ਲੱਗਾ ਬਸ ਮੈਂ ਸਮੁੰਦਰ ਦੇ ਕਿਨਾਰੇ ਤੇ ਗਿਆ, ਉੱਥੇ ਦੇਖਿਆ ਤੇ ਕਹਿਣ ਲੱਗਾ ਇਹੀ ਮੈਨੂੰ ਮਿਲੀਆਂ। ਕਹਿਣ ਲੱਗਾ ਸਮੁੰਦਰ ਦੇ ਵਿੱਚ ਨਹੀਂ ਗਿਆ? ਕਹਿਣ ਲੱਗਾ ਨਹੀਂ, ਵਿੱਚ ਜਾ ਕੇ ਮਰਨਾ। ਕਹਿਣ ਲੱਗਾ ਬਸ ਗੱਲ ਇਹੀ ਹੈ, ਜੇ ਅਮੀਰਪਨ ਦੀ ਭਾਵਨਾ ਹੈ, ਜੇ ਹੀਰੇ ਪ੍ਰਾਪਤ ਕਰਨੇ ਹੈ, ਤੇ ਫਿਰ ਤੈਨੂੰ ਆਪਾ ਭਾਵ ਗਵਾਉਣਾ ਪਏਗਾ। ਸਮੁੰਦਰ ਦੇ ਵਿੱਚ ਜਦੋਂ ਉਹਦੀ ਤਹਿ ਤੱਕ ਤੂੰ ਝਾਤੀ ਮਾਰੇਗਾ, ਤੈਨੂੰ ਉਥੋਂ ਹੀ ਇਹ ਪ੍ਰਾਪਤ ਹੋਣੇ ਨੇ। ਕਿਉਂਕਿ ਕਹਿਣ ਲੱਗੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਕਹਿਣ ਲੱਗੇ ਜਿਸ ਤਰ੍ਹਾਂ ਸਾਰੇ ਖਜ਼ਾਨੇ, ਸਗਲ ਨਿਧ ਸਾਰੇ ਹੀ ਖਜ਼ਾਨੇ ਪੂਰਨ ਸਮੁੰਦਰ ਵਿਖੇ, ਸਮੁੰਦਰ ਦੇ ਵਿੱਚ ਨਹੀਂ, ਪਰ ਉਨ ਹੰਸ ਮਰਜੀਵਾ ਨੀਚੇ ਪ੍ਰਸਾਦ ਪਾਵਈ। ਹੰਸ ਵੀ ਡੁੰਗਾਈ ਦੇ ਵਿੱਚ ਜਾ ਕੇ ਗੋਤਾ ਲਾ ਕੇ ਥੱਲਿਓਂ ਪ੍ਰਾਪਤ ਕਰਦਾ ਹੈ, ਤੇ ਗੋਤਾਖੋਰ ਵੀ ਸਮੁੰਦਰ ਦੀ ਤਹਿ ਤੱਕ ਆਪਣੇ ਆਪ ਨੂੰ ਸਮੁੰਦਰ ਵਿੱਚ ਸਮਰਪਿਤ ਕਰ ਦਿੰਦਾ ਹੈ, ਆਪਣੇ ਆਪ ਨੂੰ ਸਮੁੰਦਰ ਦੇ ਵਿੱਚ ਝੋਕ ਦਿੰਦਾ ਹੈ। ਸਮੁੰਦਰ ਦੀ ਤਹਿ ਤੱਕ ਜਾ ਕੇ ਆਪਣਾ ਆਪ ਸਮੁੰਦਰ ਨੂੰ ਸਮਰਪਿਤ ਕਰਨ ਤੋਂ ਬਾਅਦ ਉਹਨੂੰ ਹੀਰੇ ਮਿਲਦੇ ਨੇ। ਦੂਸਰੀ ਐਗਜ਼ਾਮਪਲ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ। ਕਹਿਣ ਲੱਗੇ ਜੈਸੇ ਹੀਰਾ ਪਰਬਤ ਮਾਣਕ, ਕਹਿਣ ਲੱਗੇ ਜਿਸ ਤਰ੍ਹਾਂ ਪਰਬਤ ਦੇ ਵਿੱਚ ਹੀਰੇ ਨੇ, ਜਿਵੇਂ ਪਹਾੜਾਂ ਦੇ ਵਿੱਚ ਕਿਸੇ ਵਿੱਚ ਕਾਪਰ ਹੈ, ਕਿਸੇ ਵਿੱਚ ਨੀਲ ਹੈ, ਕਿਸੇ ਵਿੱਚ ਲੋਹਾ ਹੈ, ਕਿਸੇ ਵਿੱਚ ਸੋਨਾ ਹੈ, ਕਈ ਤਰ੍ਹਾਂ ਦੇ ਪਹਾੜ ਨੇ। ਇਹਨਾਂ ਪਹਾੜਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਹੀਰੇ ਨੇ, ਅਨੇਕਾਂ ਤਰ੍ਹਾਂ ਦੀਆਂ ਗੈਸਾਂ ਨੇ, ਅਨੇਕਾਂ ਤਰ੍ਹਾਂ ਦੀ ਇਹਦੇ ਵਿੱਚ ਕਾਪਰ ਹੈ, ਕਿਸੇ ਵਿੱਚ ਚੁੰਬਕ ਹੈ, ਕਿਸੇ ਵਿੱਚ ਕੁਛ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਪਰ ਹਰ ਇੱਕ ਬੰਦੇ ਨੂੰ ਨਹੀਂ ਪਤਾ। ਆਪਾਂ ਵੀ ਪਹਾੜਾਂ ਤੇ ਜਾਂਦੇ ਆ, ਘੁੰਮ ਕੇ ਵਾਪਸ ਆ ਜਾਂਦੇ ਆ। ਕਹਿਣ ਲੱਗੇ ਜੈਸੇ ਹੀਰਾ ਪਰਬਤ ਮਾਣਕ ਖਣਵਾਰਾ ਜੱਗ, ਕਹਿਣ ਲੱਗੇ ਉਹ ਖਣਵਾਰੇ ਨੂੰ ਪਤਾ ਹੈ ਕਿ ਕਿੱਥੇ ਹੀਰੇ ਨੇ, ਉਹਨਾਂ ਨੂੰ ਕੇਵਲ ਤੇ ਕੇਵਲ ਪਹਾੜਾਂ ਨੂੰ ਖੋਜਦਾ ਹੈ, ਮਿਹਨਤ ਕਰਦਾ ਹੈ, ਫਿਰ ਉਹਨਾਂ ਨੂੰ ਖੁਦਾਈ ਕਰਦਾ ਹੈ, ਉਸ ਦੀ ਖੁਦਾਈ ਦੇ ਵਿੱਚੋਂ ਉਹ ਹੀਰੇ ਪ੍ਰਗਟ ਕਰਕੇ ਸਾਡੇ ਤੱਕ ਪਹੁੰਚਾਉਂਦਾ ਹੈ। ਤੀਜੀ ਐਗਜ਼ਾਮਪਲ ਭਾਈ ਸਾਹਿਬ ਜੀ ਨੇ ਦਿੱਤੀ ਹੈ। ਕਹਿਣ ਲੱਗੇ ਜੈਸੇ ਬਨ ਵਿਖਿਆ ਮਲਿਆਗਰ ਸੋਧ ਕੈ ਕਪੂਰ, ਕਹਿਣ ਲੱਗੇ ਜਿਵੇਂ ਚੰਦਨ ਹੈ, ਕਪੂਰ ਹੈ, ਹੋਰ ਸੁਗੰਧੀ ਦੇ ਬੇਅੰਤ ਪਦਾਰਥ ਨੇ, ਉਹ ਜੰਗਲਾਂ ਦੇ ਵਿੱਚ ਨੇ। ਜੰਗਲਾਂ ਦੇ ਵਿੱਚ ਸਾਰੀ ਦੁਨੀਆ ਜਾਂਦੀ, ਪਰ ਕਹਿਣ ਲੱਗੇ ਇੱਕ ਮਲਿਆਗਰ ਜਿਹੜਾ ਚੰਦਨ ਹੈ, ਜਦੋਂ ਇੱਕ ਅਰਕ ਕੱਢਣ ਵਾਲਾ ਉੱਥੇ ਜਾਂਦਾ ਹੈ, ਕਹਿਣ ਲੱਗਾ ਉਹ ਜੰਗਲ ਦੀ ਖੋਜ ਕਰਦਾ, ਉਹਦੇ ਵਿੱਚੋਂ ਚੰਦਨ ਦਾ ਅਰਕ ਵੀ ਕੱਢਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੇ ਅਰਕ ਕੱਢ ਕੇ ਉਹਦਾ ਇਤਰ ਬਣਾ ਕੇ ਸਾਡੇ ਤੱਕ ਦਿੰਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਇਸੇ ਤਰ੍ਹਾਂ ਕਹਿਣ ਲੱਗੇ ਜਿਵੇਂ ਸਮੁੰਦਰ ਵਿੱਚ ਹੀਰੇ ਆ, ਪਹਿਲਾਂ ਆਪਣਾ ਆਪ ਦੇਣਾ ਪੈਂਦਾ ਹੈ। ਜਿਵੇਂ ਪਰਬਤ ਵਿੱਚ ਖਾਣ ਵਿੱਚ ਹੀਰੇ ਹਨ, ਤੇ ਉਸ ਤਰ੍ਹਾਂ ਖਣਵਾਰੀ ਨੂੰ ਉਹਦੀ ਖੋਜ ਕਰਨੀ ਪੈਂਦੀ ਹੈ। ਕਹਿੰਦੇ ਜੰਗਲ ਵਿੱਚ ਕਿਨੇਕਾਂ ਹੀ ਸੁਗੰਧੀ ਦੇ ਪਦਾਰਥ ਨੇ, ਪਰ ਕਹਿਣ ਲੱਗੇ ਉਹਨਾਂ ਨੂੰ ਸੋਧ ਕੇ ਸਵਾਸ ਬਹਿਸਾਵਈ, ਕੇਵਲ ਉਹਨਾਂ ਨੂੰ ਖਿੜਿਆ ਕਰਨ ਵਾਸਤੇ, ਉਹਨਾਂ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਇੱਕ ਅਤਰ ਨੂੰ ਤਿਆਰ ਕਰਨ ਵਾਲੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ। ਗੁਰੂ ਕਿਆ ਸਿੱਖਾ ਬਿਲਕੁਲ ਇਸੇ ਤਰ੍ਹਾਂ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਗੁਰਬਾਣੀ ਇੱਕ ਉਹ ਪਦਾਰਥ ਹੈ, ਗੁਰਬਾਣੀ ਵਿੱਚ ਦੁਨੀਆ ਦੇ तमाम ਪਦਾਰਥ ਨੇ। ਕਹਿਣ ਲੱਗੇ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੀ, ਜਿਹੜਾ ਜਿਹੜਾ ਇਹਦੇ ਵਿੱਚੋਂ ਖੋਜਣ ਦਾ ਯਤਨ ਕਰੇਗਾ ਉਹਨੂੰ ਹੀ ਇਹ ਗਿਆਨ ਬ੍ਰਹਮ ਪ੍ਰਗਟ ਹੋਏਗਾ। ਦਰਅਸਲ ਜਿੰਨੀ ਕੋਈ ਡੂੰਘਾਈ ਦੇ ਨਾਲ ਗੁਰਬਾਣੀ ਦੀ ਖੋਜ ਕਰੇਗਾ,
ਜਿੰਨਾ ਕੁ ਇਹਦੇ ਨਾਲ ਕੋਈ ਜੁੜੇਗਾ ਉਵੇਂ ਉਵੇਂ ਗੁਰੂ ਰਹਿਮਤ ਕਰ ਦੇਵੇਗਾ, ਜੀਵਨ ਵਿੱਚ ਤਿਵੇਂ ਤਿਵੇਂ ਨਿਖਾਰ ਆਏਗਾ। ਜਿੰਨਾ ਚਿਰ ਤੂੰ ਆਪਣਾ ਆਪ ਗੁਰੂ ਨੂੰ ਸਮਰਪਿਤ ਨਹੀਂ ਕਰਦਾ, ਤਨ ਮਨ ਧਨ ਗੁਰੂ ਨੂੰ ਨਹੀਂ ਦਿੰਦਾ, ਜਿੰਨਾ ਚਿਰ ਆਪਾ ਭਾਵ ਤਰ ਕੇ ਗੁਰਬਾਣੀ ਦੇ ਸਰੋਵਰ ਵਿੱਚ ਤੂੰ ਜਿੰਨਾ ਚਿਰ ਚੁੰਬੀਆਂ ਨਹੀਂ ਲਾਵੇਂਗਾ, ਯਕੀਨ ਕਰਕੇ ਜਾਣੀ ਉਹਨਾਂ ਚਿਰ ਹੀਰੇ ਰੂਪੀ ਰਤਨ ਤੈਨੂੰ ਮਿਲਣੇ ਨਹੀਂ। ਗੁਰੂ ਕਾ ਸ਼ਬਦ ਰਤਨ ਹੈ, ਪਰ ਉਹ ਮਿਲਣਾ ਕੇਵਲ ਉਦੋਂ ਹੈ ਜਦੋਂ ਤੂੰ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਂਗਾ। ਜਦੋਂ ਗੁਰੂ ਦੇ ਦਰ ਤੇ ਜਾਵੇਂਗਾ, ਯਕੀਨ ਕਰ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਹੈ, ਕਹਿਣ ਲੱਗੇ ਜਦੋਂ ਤੂੰ ਗੁਰੂ ਦੇ ਦਰ ਤੇ ਜਾਵੇਂਗਾ ਨਾ, ਤੇ ਜਦੋਂ ਤੂੰ ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਦੇਵੇਂਗਾ ਨਾ, ਤੇ ਇੱਕ ਦਿਨ ਐਸਾ ਆਵੇਗਾ, ਸਤਿਗੁਰੂ ਜੀ ਕਹਿੰਦੇ ਗੁਰੂ ਤੇਰੇ ਤੇ ਅੰਮ੍ਰਿਤ ਵਰਗੀ ਨਿਗਾਹ ਕਰੇਗਾ। ਅਮਿਆ ਦ੍ਰਿਸ਼ਟ ਸ਼ੁਭ ਕਰੇ, ਕਹਿਣ ਲੱਗੇ ਜਦੋਂ ਗੁਰੂ ਅੰਮ੍ਰਿਤ ਵਰਗੀ ਨਿਗਾਹ ਤੇਰੇ ਤੇ ਕਰੇਗਾ ਨਾ, ਹਰੇ ਅਗ ਪਾਪ ਸਗਲ ਮਲ, ਤੇਰੇ ਕੀਤੇ ਹੋਏ ਸਾਰੇ ਪਾਪ ਆਪਣੇ ਵੱਲ ਗੁਰੂ ਇੰਜ ਖਿੱਚ ਲਵੇਗਾ ਜਿਵੇਂ ਚੁਬਕ ਲੋਹਾ ਖਿੱਚਦੀ ਹੈ। ਪਰ ਸਭ ਤੋਂ ਪਹਿਲਾਂ ਇਹ ਹੈ ਕਿ ਤੈਨੂੰ ਗੁਰੂ ਦੇ ਦਰ ਤੇ ਆਣ ਕੇ ਗੁਰੂ ਰੂਪੀ ਸਰੋਵਰ ਵਿੱਚ ਆਪਣੀ ਚੁੰਬੀ ਲਾਉਣੀ ਪਏਗੀ, ਆਤਮਾ ਦਾ ਇਸ਼ਨਾਨ ਕਰਾਉਣਾ ਪਵੇਗਾ। ਅਮਿਓ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਗਲ ਮਲ, ਤੇ ਕਹਿਣ ਲੱਗੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਕਹਿਣ ਲੱਗੇ ਗੁਰੂ ਚ ਇੰਨੀ ਕੁ ਤਾਕਤ ਹੈ, ਆ ਜਿਹੜਾ ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੈਨੂੰ ਦੁਖੀ ਕਰਦਾ ਹੈ, ਗੁਰੂ 1 ਮਿੰਟ ਵਿੱਚ ਇਹਨੂੰ ਸ਼ਾਂਤ ਕਰ ਦੇਵੇਗਾ। ਹਰੇ ਅਗ ਪਾਪ ਸਗਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ। ਯਕੀਨ ਕਰਕੇ ਜਾਣੀ ਜਿੱਦਨ ਤੂੰ ਗੁਰੂ ਦੇ ਦਰ ਤੇ ਆ ਗਿਓ, ਗੁਰੂ ਨੇ ਅੰਮ੍ਰਿਤ ਵਰਗੀ ਨਿਗਾਹ ਤੇਰੇ ਵੱਲ ਕਰ ਦਿੱਤੀ, ਚੁਬਕ ਵਾਂਗੂ ਤੇਰੇ ਸਾਰੇ ਪਾਪ ਖਿੱਚ ਲਏ ਤੇ ਤੇਰੇ ਵਿਕਾਰਾਂ ਨੂੰ ਗੁਰੂ ਨੇ ਵਸ ਚ ਕਰ ਦਿੱਤਾ ਨਾ, ਉਦੋਂ ਤੇਰੇ ਮਨ ਵਿੱਚੋਂ ਸੁਖ ਦੀ ਉਤਪਤੀ ਹੋਏਗੀ। ਹਰੇ ਅਗ ਪਾਪ ਸਗਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵਹਿ, ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਇੱਕ ਉਹ ਦਰਿਆ ਹੈ ਜਿਹਦੇ ਵਿੱਚ ਜਨਮਾਂ ਜਨਮਾਂ ਦੀ ਕਾਲਖ ਨੂੰ ਧੋਤਾ ਜਾਂਦਾ ਹੈ। ਪਰ ਸਵਾਲ ਤੇ ਇਹ ਹੈ, ਕਦੋਂ ਗੁਰੂ ਕਾ ਸਿੱਖ ਇਸ ਅੰਮ੍ਰਿਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੇਗਾ? ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਜਦੋਂ ਤੂੰ ਸਾਧ ਸੰਗਤ ਵਿੱਚ ਬੈਠ ਕੇ, ਗੁਰੂ ਕੀ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਅੰਮ੍ਰਿਤ ਵਿੱਚ ਸਰੋਵਰ ਕਰੇਗਾ, ਯਕੀਨ ਕਰ ਉਦੋਂ ਦੁਨੀਆ ਬਦਲ ਜਾਵੇਗੀ ਤੇਰੇ ਨਾਲ। ਪਰ ਅੱਜ ਬਦਕਿਸਮਤੀ ਹੈ ਕਿ ਸਿੱਖਾ ਤੂੰ ਗੁਰੂ ਕੋਲੋਂ ਆਉਂਦਾ ਨਹੀਂ। ਗੁਰੂ ਕਹਿੰਦਾ ਆ ਮੇਰੇ ਕੋਲ, ਸਤਿਗੁਰੂ ਜੀ ਦੇ ਪਾਵਨ ਬਖਸ਼ ਨੇ, ਬਖਸ਼ਿਸ਼ ਬਚਨ ਨੇ। ਸਤਿਗੁਰੂ ਜੀ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪ੍ਰਗਾਸ਼ਾ, ਤੇਰੇ ਜੀਵਨ ਵਿੱਚ ਪ੍ਰਗਾਸ਼ ਹੋ ਜਾਵੇਗਾ ਜਦੋਂ ਪੂਰੇ ਗੁਰੂ ਦੇ ਨਾਲ ਤੇਰਾ ਮਿਲਾਪ ਹੋ ਜਾਵੇਗਾ। ਜਿੰਨਾ ਚਿਰ ਪੂਰੇ ਗੁਰੂ ਦੇ ਨਾਲ ਮਿਲਾਪ ਨਹੀਂ, ਜੀਵਨ ਅੰਧੇਰੇ ਵਿੱਚ ਹੈ, ਤੇ ਅੰਧੇਰੇ ਦੇ ਵਿੱਚ ਰਹਿੰਦਾ ਹੋਇਆ ਜੀਵਨ ਬਹੁਤ ਘਾਤਕ ਹੁੰਦਾ ਹੈ। ਔਰ ਹਨੇਰੇ ਵਿੱਚ ਜੀਵਨ ਜੀਣ ਵਾਲੇ ਲੋਕ ਜਿਹੜੇ ਨੇ ਆਤਮਿਕ ਤੌਰ ਤੇ ਮਰ ਜਾਂਦੇ ਨੇ। ਕੱਲ ਦੀ ਘਟਨਾਵਾਂ ਪਰਸੋਂ ਦੀ ਹੈ, ਕੱਲ ਦੀ ਘਟਨਾਵਾਂ ਤੁਸੀਂ ਸਾਰੇ ਦੇਖ ਰਹੇ ਹੋ। ਮੇਰਾ ਮਨ ਸਾਰਿਆਂ ਦਾ ਹਿਰਦਾ ਵਿਲੂੰਦਰਿਆ ਗਿਆ ਹੈ। ਇੱਕ ਛੋਟੀ ਸਿੱਖ ਬੱਚੀ ਦੇ ਨਾਲ ਜੋ ਦਿੱਲੀ ਦੇ ਵਿੱਚ ਹੋਇਆ, ਅੱਜ ਮਨ ਰੋਂਦਾ। ਕਈ ਵਾਰ ਦੇਖੀਦਾ ਉਹ ਮਨਾ, ਅੱਜ ਉਸ ਇਤਿਹਾਸ ਦੀ ਗੱਲ ਕਰੀਏ, ਉਹ ਕਦੇ ਗੁਰੂ ਕੇ ਸਿੱਖ ਪੰਗਤ ਬਣਾ ਕੇ ਲੰਗਰ ਛਕਣ ਲੱਗੇ ਨੇ। ਜਦੋਂ ਲੰਗਰ ਛਕਣ ਲੱਗੇ ਤੇ ਇੱਕ ਗਰੀਬੜਾ ਜਿਹਾ ਲਾਲਾ ਗਲ ਵਿੱਚ ਪੱਲਾ ਪਾ ਕੇ ਭਾਈ ਹਰੀ ਸਿੰਘ ਪੰਗੂ ਨੂੰ ਕਹਿੰਦਾ, ਮੈਂ ਤੁਹਾਡੇ ਦਰ ਤੇ ਆਇਆ ਵਾਂ। ਅੱਜ ਕਸੂਰ ਦਾ ਹਕੂਮਤਵਾਨ ਉਸਮਾਨ ਖਾਂ ਮੇਰੀ ਬੱਚੀ ਨੂੰ ਲੈ ਗਿਆ, ਆਪਣੀ ਹਵੇਲੀ ਦੇ ਵਿੱਚ ਮੇਰੀ ਬੱਚੀ ਨੂੰ ਲੈ ਗਿਆ। ਮੇਰੀ ਬੱਚੀ ਦੀਆਂ ਚੀਕਾਂ ਮੇਰੇ ਕੋਲੋਂ ਸੁਣੀਆਂ ਨਹੀਂ ਜਾਂਦੀਆਂ, ਕਿਰਪਾ ਕਰੋ ਮੇਰੀ ਬੱਚੀ ਨੂੰ ਬਚਾਓ। ਉਹ ਗੁਰੂ ਕੇ ਸਿੱਖੋ, ਉਹ ਕਰਤਾਰ ਵਾਲਿਓ, ਅੱਜ ਅਸੀਂ ਦੇਖਦੇ ਹਾਂ ਹੱਥ ਵਿੱਚ ਥਾਲੀਆਂ ਫੜੀਆਂ ਸਿੱਖਾਂ ਨੇ, ਹੱਥ ਵਿੱਚੋਂ ਲੰਗਰ ਛੱਡ ਕੇ ਤਲਵਾਰਾਂ ਦੀਆਂ ਮੁੱਠਾਂ ਨੂੰ ਐਸਾ ਹੱਥ ਪਾਇਆ। ਹਰੀ ਸਿੰਘ ਭੰਗੂ, ਚੜਤ ਸਿੰਘ ਔਰ ਜੱਸਾ ਸਿੰਘ ਰਾਮਗੜੀਆ ਨੇ ਆਪਣਿਆਂ ਘੋੜਿਆਂ ਤੇ ਜਦੋਂ ਪਾਈਆਂ ਕਾਠੀਆਂ, ਲੰਗਰ ਇੱਕ ਪਾਸੇ, ਤਲਵਾਰ ਦੀ ਮੁੱਠ ਤੇ ਹੱਥ ਗਏ। ਕਸੂਰ ਦੇ ਉਸਮਾਨ ਖਾਂ ਦੀ ਹਵੇਲੀ ਵਿੱਚ ਜਾ ਕੇ ਜਦੋਂ ਸਿੰਘਾਂ ਨੇ ਨਗਾਰੇ ਤੇ ਮਾਰੀ ਚੋਟ, ਸਦਾ ਵਾਸਤੇ ਲੋਕਾਂ ਗਰੀਬਾਂ ਦੀਆਂ ਨਿਕਲਦੀਆਂ ਉਥੋਂ ਚੀਕਾਂ ਹਮੇਸ਼ਾ ਵਾਸਤੇ ਸਿੱਖਾਂ ਨੇ ਬੰਦ ਕਰ ਦਿੱਤੀਆਂ। ਪਰ ਅੱਜ ਦੁਖਦਾਈ ਪੱਖ ਹੈ ਸਿੱਖਾਂ ਦਾ, ਉਹ ਜੀਵਨ ਕਿੱਥੇ ਹੋਏ? ਕਦੇ ਲਾਲੇ ਆਣ ਕੇ ਸਿੱਖਾਂ ਦੇ ਕੋਲੋਂ ਕਹਿੰਦੇ ਸੀ ਅੱਜ ਸਾਡੀਆਂ ਬੱਚੀਆਂ ਦੀ ਆਬਰੂ ਬਚਾਉਣ ਵਾਲੇ ਕੇਵਲ ਤੁਸੀਂ ਹੋ। ਪਰ ਅੱਜ ਦੁੱਖ ਹੁੰਦਾ ਹੈ ਕਿ ਘਰਾਂ ਵਿੱਚੋਂ ਸਿੱਖਾਂ ਦੀਆਂ ਬੱਚੀਆਂ ਨੂੰ ਕੱਢ ਕੇ ਉਹਨਾਂ ਦੇ ਕੇਸ ਕਤਲ ਕਰਕੇ, ਮੂੰਹ ਕਾਲਾ ਕਰਕੇ ਘੰਟਾ ਘਮਾਇਆ ਜਾਂਦਾ, ਕੋਈ ਜ਼ਮੀਰ ਵਾਲਾ ਉੱਠਿਆ ਨਹੀਂ ਹੋਈ।
क्योंकि अज आडे अंदरों गुरु का शब्द, गुरु की बाणी का भय खत्म हो गया। गुरु कह सिखा जद तक तेरे अंदर बाणी वसदी रहेगी, तू इस संसार दे उत्ते कदे भी इंसाफ पसंद होके जीवेगा, कदे किसी ते मजलूम ते रखिया दुख नहीं आउण देवेगा। यही कारण सी कि गुरु ने सिंह बनाया सी, बच्चियां नूं किरपानां दित्तियां सी। यही कारण है, मैं वचन कई बार करदा कि गुरु ने इक्को गल कही सी, ओ गुरु के सिखो जिन्ना चिर तुसी मेरे नाल जुड़े रहोगे, मेरे अकीदे नाल जुड़े रहोगे, मेरी विचारधारा नाल जुड़े रहोगे, दुनिया की तमाम शक्ति तुहाडे चरनां विच रुलदी फिरेगी। पर जिस दिन तुसी मेरे अकीदे नूं भुल गए, उदन नूं रुल जावोगे। सच उही है, गुरु ने जिहड़ियां किरपानां सानूं बख्शियां सन, अज अनु पाउण तो भी शर्म आउंदी है। अज वो हथियार रखण तो, क्योंकि जिहड़े शस्त्र गुरु ने दिते सन, अज सानूं वो घरां विच शस्त्र रखण तो बड़ा दुख लगदा है। जमीर साडी नहीं जागदी। अज वो किरपानां पाउने आ, लुकाउने आ कि किते कोई वेख ना लवे कि इहने अमृत तां नहीं छकिया। पर वो समा याद करो, कदे गुरु ने एक किरपानां सानूं इसे करके बख्शियां सन, जदों वैरी चढ़ के आवे ते उस वैरी नूं हमेशा वास्ते सदा दी नींद सुवा दिओ। सिखो तुहाडी अज आबरू वाल कोई झाक के वेखे किवें। पर बदकिस्मती यह है कि साडे सिख घरां दे विचों बच्ची नूं उठाया जावे ते किसे दे मूंह विचों हा दा नारा ना वजे, और इस तरह जलीलता दे नाल बच्ची नूं मारिया जावे। ओ हरी सिंह नलूआ, तेरे वारस सां अज कित्थे लिआण के खलो गए आ, जिन्हां दे नां ते कदे कंधा कंबदियां सन कसूर दियां, जिन्हां दे नां ते कदे दुनिया सौ जांदी सीगी, अज उन्हां दे वारसां दी हालात देखो की बन गए ने। उहदा कारण की है? अज सिख बाणी तो दूर हुंदा जा रहा है, सिख अपने झरने नालों दूर हुंदा जा रहा है, सिख अपने चश्मे नालों दूर हुंदा जा रहा है। असी उन्हां दे वारस सां जिन्हां ने कदे शेरां दे मूंह पाड़ दिते। पर अज बदकिस्मती है, कदे लोकां दियां धीआं दी रखिया करन वाले अज लोग सड़कां दे उत्ते झोलियां अड के इंसाफ मंगदे ने। उहदा मुख कारण ही यह सी कि जब तक खालसा रह न्यारा, तब लग तेज देऊं मैं सारा, जब यह गह विपरन की रीत मैं ना करूं, इनकी प्रतीत सिखा जिन्ना चिर मेरे नाल जुड़िया रहेगा, मेरा तेज प्रताप तेरे तक आएगा। और यकीन करके जानी, दुनिया तेरे शस्त्र दे अगे सिर झुकाउंदी फिरेगी। जे दिन तू इस शस्त्र छड़ दिते, तेरा हालात वो होने ने जिहड़े अज हो रहे। अज दुखदाई पक्ष है, ईडा वड्डा इंसाफ, और उस जगह ते जिन्हों असी दुनिया दे विच सब तो वड्डा लोकतंत्र कहिए, और लोकतंत्र दी राजधानी विच इस तरह दा 1 घंटा तांडव नाच नचिया जांदा होवे और किसी दी जमीर ना जागदी होवे ते उत्थे ताड़ियां वज रहीआं होण, समझ लो भी इस धरती दे उत्ते जमीर नाम दे लोग मर चुके ने। अज बाणी तो बिना जमीरां खाली हो जांदियां ने। कहंदे आ ना, नरू मरै नर कामना आवे। जदों अंदर दी नरपुणा मर जावे, जदों जमीर मर जावे, ते बस कहानियां इहो पैंदियां ने। बड़ा दुख हुंदा। मैं अज सवेर दा इस गल तो बड़ा परेशान हां। बार बार इतिहास पढ़दा होए, कदे लोग साडे कोलों अपणियां बच्चियां दियां रखिया वास्ते आउंदे सन, अज हालात किहो जे बन गए ने। अज कित्थों कित्थे आण के खलो गए आ। साडी त्रासदी की है? किहड़ी कौम दे जरनैल सां, किहड़ी कौम दे वारस हां, अज कित्थे आण के खलो गए आ। ओहदा कारण केवल बापू है, क्योंकि असी केवल बाणी नूं मत्थे टेके आ, बाणी नूं केवल धूफ ते बत्तियां कीतियां ने। बापू ने अंदर लिखिया की सी, जे जीवै पत लथी जाए सब हराम जे तक। बापू ने कहा पर पढ़िया नहीं। जीवन में जे पढ़ भी लिया तो फिर उन्होंने विचारिया नहीं, ते जे विचार लिया तो जिंदगी में ढालिया ही नहीं। वो बंदिया जे जमीर ही ना बची तो फिर जीण दा भी की फायदा। गुरु ने ही कहा सी ना भी जमीर ही मर गई ते शरीर दा मर जाना तो हर एक दे वस दी गल है। शरीरक मौत तो वेखो सब नूं आउणी है, पर जींदे जी कई बार आपां कह दिंदे आ ना, किसी वाल उंगल करदे आ, कहण लगे बंदा तां इह जींदा विचारा, पर जींदा लोश है, क्योंकि जमीरे दी मर चुकी है। क्यों मर चुकी है? क्योंकि वह गुरु दे शब्दां नाल जुड़िया ही नहीं है। जिस दिन गुरु अंदर वस गया, बाबा कहंदा, गुरु साहब कहंदे ने, कहंदे गुर पूरा भेटे हो वड भागी, मनै भया प्रगाशा। जिदन वड्डे भाग जाग पे, गुरु नाल मिलाप हो गया, यकीन करके जानी उदन प्रकाश हो जाएगा, हिरदे विच चानण हो जाएगा। जिदन हिरदे विच चानण हो गया ना, फिर तेरी ताक इन्नी क मजबूत हो जाएगी। गुरु कह सिखा तेरे नैना विच कोई नैन नहीं मिला सकेगा। पर कारण यह है, जाम गुरु होए वल लख बाहें क्या की जाए। जे गुरु वल है फिर लखा बावां भी सजना कुछ नहीं कर दियां, पर जदों गुरु नहीं छड्ड दईए,
ਜਦੋਂ ਗੁਰੂ ਨਾਲੋਂ ਅਸੀਂ ਤਲਾਜਲੀ ਦੇ ਲਈਏ, ਕਿਉਂਕਿ ਗੁਰਬਾਣੀ ਮੈਂ ਪਹਿਲਾਂ ਹੀ ਗੱਲ ਸ਼ੁਰੂ ਕੀਤੀ ਸੀ ਕਿ ਗੁਰੂ ਕਾ ਸ਼ਬਦ ਰਤਨ ਹੈ, ਇਹਦੇ ਵਿੱਚ ਆਪਣੇ ਆਪ ਨੂੰ ਝੋਕਣਾ ਪਏਗਾ। ਗੁਰੂ ਕੇਵਲ ਮੱਥੇ ਟੇਕਣ ਲਈ ਨਹੀਂ, ਗੁਰੂ ਸਾਨੂੰ ਜੀਵਨ ਦੀ ਜੁਗਤੀ ਦੱਸਦਾ, ਜੀਣਾ ਕਿੱਦਾਂ ਹੈ ਸਿੱਖ ਨੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਆ ਨਾ ਆਪਣੀ ਪਾਵਨ ਬਾਣੀ ਦੇ ਵਿੱਚ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜੋ ਸੁਣਨੇ ਅੰਦਰ ਖੇਤ। ਬਾਬੇ ਨਾਨਕ ਨੇ ਵੇਖੋ ਸ਼ਬਦ ਕਿੱਡੇ ਪਿਆਰੇ ਵਰਤੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰੂ ਕੈ ਸਿੱਖਾਂ, ਜਿਨ੍ਹਾਂ ਨੇ ਗੁਰੂ ਨੂੰ ਤਿਆਗ ਦਿੱਤਾ, ਜਿਨ੍ਹਾਂ ਨੇ ਗੁਰੂ ਨੂੰ ਛੱਡ ਦਿੱਤਾ, ਜਿਹੜੇ ਗੁਰੂ ਤੋਂ ਦੂਰ ਹੋ ਗਏ, ਜਿਹੜੇ ਕੇਵਲ ਮਨ ਵਾਲੇ ਪਾਸੇ ਹੋ ਕੇ ਸੁਚੇਤ ਹੋ ਗਏ, ਜਿਨ੍ਹਾਂ ਨੇ ਕੇਵਲ ਗੁਰੂ ਨੂੰ ਤਿਆਗਿਆ ਹੈ, ਮਨ ਦੇ ਮਗਰ ਲੱਗੇ ਨੇ। ਹਾਲਾਂਕਿ ਸਵਾਲ ਇਹ ਸੀ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸੀ ਕਿ ਗੁਰੂ ਕੈ ਸਿੱਖਾ ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ, ਭਉ ਜੀਓ ਇਉ ਪਾਵੈ ਹਰ ਦਰਸਾਵੜਾ ਨਹਿ ਲਾਗੈ ਤਤੀ। ਵਾਓ ਜੀਓ, ਸਵਾਲ ਤਾਂ ਇਹ ਸੀ ਕਿ ਮਨ ਦਾ ਤਿਆਗ, ਮਨ ਕੇ ਤਿਆਗੈ ਮਨ ਕੀ ਮਤੜੀ, ਪਰ ਹਾਲਾਤ ਕੀ ਬਣ ਗਏ ਨੇ। ਸਤਿਗੁਰੂ ਬਾਬਾ ਨਾਨਕ ਕਹਿਣ ਲੱਗੇ, ਗੁਰੂ ਕੈ ਸਿੱਖਾ ਇੱਕ ਗੱਲ ਯਾਦ ਰੱਖੀ, ਵੇਖੋ ਕਿੰਨੇ ਪਿਆਰੇ ਬੋਲ ਨੇ ਗੁਰੂ ਸਾਹਿਬ ਜੀ ਦੇ, ਕਿੰਨੇ ਪਿਆਰ ਨਾਲ ਪਿਤਾ ਜੀ ਸਮਝਾ ਰਹੇ ਨੇ। ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ, ਹੇ ਨਾਨਕ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਚੇਤੇ ਨਹੀਂ ਕੀਤਾ, ਹੇ ਨਾਨਕ ਜਿਨ੍ਹਾਂ ਨੇ ਆਪਣਾ ਗੁਰੂ ਛੱਡ ਦਿੱਤਾ, ਜਿਹੜੇ ਆਪਣੇ ਗੁਰੂ ਦੇ ਅਕੀਦੇ ਨੂੰ ਭੁੱਲ ਗਏ। ਛੱਡਣ ਦਾ ਮਤਲਬ ਇਹ ਹੈ ਕਿ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਣਾ, ਕਿਉਂਕਿ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਰੇਣ, ਵੱਡਿਆਂ ਵਡੇਰਿਆਂ ਦੇ ਇਤਿਹਾਸ ਜਿਹੜੇ ਆ ਨਾ, ਉਹ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੇ ਨੇ। ਇਤਿਹਾਸ ਤੋਂ ਸਿੱਖਿਆ ਲਈ ਜਾਂਦੀ ਹੈ, ਪਰ ਕਦੇ ਜ਼ਿੰਦਗੀ ਦੇ ਵਿੱਚ ਇਕਾਂਤ ਵਿੱਚ ਬੈਠ ਕੇ ਤਾਂ ਵੇਖੀਏ ਵੀ ਸਾਡਾ ਇਤਿਹਾਸ ਕੀ, ਅਸੀਂ ਵਾਰਸ ਕਿਹਨਾਂ ਦੇ ਤੇ ਕਿੱਥੇ ਆ ਗਏ ਆ। ਸਾਡੀ ਕੌਮ ਦੇ ਵਿੱਚ 150-200 ਸਾਲ ਦੇ ਵਿੱਚ ਇੰਨੀ ਵੱਡੀ ਗਿਰਾਵਟ ਆ ਕਿਵੇਂ ਗਈ ਹੈ, ਕਿਉਂ ਆਈ? ਉਹਦਾ ਕਾਰਨ ਜਿੰਨਾ ਚਿਰ, ਉਹੀ ਮੈਂ ਫਿਰ ਬਚਨ ਬਾਰ-ਬਾਰ ਆਉਂਦੇ ਨੇ, ਜਦ ਤੱਕ ਗੁਰੂ ਨਾਲ ਅਸੀਂ ਜੁੜੇ ਹੋਏ ਆ। ਧਿਆਨ ਦਿਓ, ਸ਼ਬਦ ਆਪਾਂ ਪੜ੍ਹ ਰਹੇ ਸਾਂ, ਕਹਿੰਦੇ ਗੁਰਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪ੍ਰਗਾਸ਼ਾ, ਮਨ ਵਿੱਚ ਪ੍ਰਗਾਸ਼, ਮਨ ਵਿੱਚ ਚਾਨਣ ਆ ਜਾਂਦਾ ਹੈ। ਤੇ ਹਜੂਰ ਜੀ ਕਹਿੰਦੇ ਨੇ ਜਦੋਂ ਪ੍ਰਗਾਸ਼ ਆ ਜਾਂਦਾ ਹੈ, ਮਨ ਵਿੱਚ ਚਾਨਣ ਆ ਜਾਂਦਾ ਹੈ ਨਾ, ਤੇ ਹਜੂਰ ਜੀ ਕਹਿੰਦੇ ਫਿਰ ਪਤਾ ਲੱਗਦਾ ਕਿ ਅਸੀਂ ਸੀ ਕੀ ਆ। ਕਿਉਂਕਿ ਬੰਦੇ ਨੂੰ ਆਪਣੇ ਆਪ ਦੀ ਪਹਿਚਾਨ ਹੁੰਦੀ, ਤੇ ਜੇ ਗੁਰੂ ਨੂੰ ਨਾ ਚੇਤਿਆ, ਤੇ ਬਾਬੇ ਨਾਨਕ ਨੇ ਵੇਖੋ ਸ਼ਬਦ ਵਰਤੇ, ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਆਪਣੇ ਮਨ ਦੇ ਮਗਰ ਲੱਗ ਗਏ, ਜਿਨ੍ਹਾਂ ਨੇ ਕੇਵਲ ਆਪਣੇ ਮਨ ਦੀ ਸੁਣੀ, ਜਿਨ੍ਹਾਂ ਨੇ ਇਹ ਕਹਿ ਦਿੱਤਾ ਛੱਡੋ ਜੀ ਕੋਈ ਨਹੀਂ, ਬਾਬਾ ਤੇ ਕਹਿੰਦਾ ਹੀ ਆ, ਲੋਕ ਲਾਜ ਵੀ ਤਾਂ ਵੇਖਣੀ ਆ ਨਾ, ਲੋਕ ਕੀ ਕਹਿੰਦੇ ਨੇ। ਜਿਹੜੇ ਕਈ ਬਹੁਤ ਤੁਹਾਨੂੰ ਐਸੇ ਮਿਲਣਗੇ, ਉਹਨਾਂ ਨੂੰ ਕਹੋ ਭਈ ਬਾਣੀ ਇਹ ਕਹਿੰਦੀ, ਕਹਿੰਦੇ ਜੀ ਬਾਣੀ ਤਾਂ ਕਹਿੰਦੀ ਅਸੀਂ ਮੰਨਦੇ ਆ, ਪਰ ਲੋਕ ਲਾਜ ਵੀ ਰੱਖਣੀ ਪੈਂਦੀ। ਜਿਹੜੇ ਲੋਕ ਲਾਜ ਵਾਲੇ ਨੇ ਉਹਨਾਂ ਲਈ ਸ਼ਬਦ ਹਜੂਰ ਨੇ ਕਿਹੜੇ ਵਰਤੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ, ਛੁੱਟੇ ਤਿਲ ਬਵਾੜ ਜਿਉ ਸੁਣਨੇ ਅੰਦਰ ਖੇਤ। ਜਿਹੜੇ ਕਿਸਾਨ ਜਦੋਂ ਕਿਸਾਨੀ ਕਰਦੇ ਆ ਨਾ, ਉਹ ਤਿਲਾਂ ਦੇ ਬੀਜ ਨੂੰ ਬੀਜ ਦਿੰਦੇ ਨੇ। ਤਿਲਾਂ ਨੂੰ ਬੀਜਣ ਤੋਂ ਬਾਅਦ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਹੈ। ਦੇਖੋ ਕਾਰਨ ਕਿ ਫਸਲ ਬੀਜੀ ਹੈ, ਕਿਸਾਨ ਨੇ ਰੱਖਿਆ ਕਰਨੀ ਹੈ। ਜਦੋਂ ਉਹਨਾਂ ਨੂੰ ਫਲ ਲੱਗ ਜਾਂਦੇ ਨੇ, ਫੁੱਲ ਲੱਗ ਜਾਂਦੇ ਨੇ, ਕਿਸਾਨ ਕੀ ਕਰਦਾ ਹੈ? ਜਿਨ੍ਹਾਂ ਦੇ ਵਿੱਚ ਫੁੱਲ ਲੱਗੇ ਨੇ, ਜਿਨ੍ਹਾਂ ਨੂੰ ਫਲ ਲੱਗ ਗਏ, ਜਿਹੜੀਆਂ ਅੰਦਰੋਂ ਭਰੀਆਂ ਹੋਈਆਂ ਨੇ ਤਿਲ ਦੇ ਨਾਲ, ਉਹਨਾਂ ਨੂੰ ਉਹਨੇ ਵੱਢ ਲਿਆਂਦਾ, ਕਿਉਂਕਿ ਉਹਨਾਂ ਦੀ ਕਦਰ ਸੀ ਨਾ ਜਿਨ੍ਹਾਂ ਨੂੰ ਫਲ ਲੱਗਾ ਸੀ। ਕਿਸਾਨ ਨੇ, ਗੁਰੂ ਨਾਨਕ ਸਾਹਿਬ ਜੀ ਵੇਖੋ ਪਿਆਰ ਨਾਲ ਸਮਝਾਉਂਦੇ, ਕਹਿਣ ਲੱਗੇ ਸਿੱਖਾ ਜੀਵਨ ਏਦਾਂ ਦਾ ਹੋ ਜਾਣਾ ਤੇਰਾ, ਯਾਦ ਰੱਖੀ। ਕਹਿਣ ਲੱਗੇ ਕਿਸਾਨ ਨੇ ਉਹਨਾਂ ਤਿਲਾਂ ਦੇ ਬੂਟਿਆਂ ਨੂੰ ਬੀਜਿਆ, ਜਦੋਂ ਉਹ ਵੱਡੇ ਹੋ ਗਏ ਉਹਨਾਂ ਨੂੰ ਫਲ ਲੱਗਾ, ਜਿਨ੍ਹਾਂ ਨੂੰ ਫਲ ਲੱਗਾ ਉਹਨਾਂ ਨੂੰ ਕਿਸਾਨ ਨੇ ਬੜੇ ਪਿਆਰ ਨਾਲ ਵੱਢਿਆ, ਉਹਨਾਂ ਦੀਆਂ ਪੰਡਾਂ ਬਣਾਈਆਂ, ਆਪਣੇ ਘਰ ਵਿੱਚ ਲਿਆਣ ਕੇ ਸਾਂਭ ਕੇ ਰੱਖ ਲਿਆ। ਪਰ ਜਿਨ੍ਹਾਂ ਨੂੰ ਕੇਵਲ ਫਲ ਫੁੱਲ ਹੀ ਲੱਗੇ ਸਨ ਤੇ ਅੰਦਰੋਂ ਖੋਖਲੇ ਸਨ, ਉਹਨਾਂ ਨੂੰ ਨਖਸਮੇ ਛੱਡ ਦਿੱਤਾ ਗਿਆ। ਉੱਥੇ ਜਦੋਂ ਉਹ ਨਖਸਮੇ ਰਹਿ ਗਏ, ਤੇ ਨਖਸਮੇ ਦਾ ਜਦੋਂ ਕੋਈ ਵਾਲੀ ਵਾਰਸ ਨਹੀਂ ਨਾ ਹੁੰਦਾ, ਤੇ ਉਹਦੀ ਹਾਲਤ ਇਹੋ ਜਿਹੀ ਹੁੰਦੀ ਜਿਹੜੀ ਅੱਜ ਸਾਡੀ ਦਿੱਲੀ 'ਚ ਹੋਈ ਹੈ। ਧਿਆਨ ਦਿਓ, ਕਿਉਂਕਿ ਸਤਿਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਨੇ ਬੰਦੇ ਦੀ ਹਾਲਤ ਗੁਰੂ ਤੋਂ ਬਿਨਾਂ ਛੁੱਟੜ ਗਾਂ ਵਰਗੀ ਹੁੰਦੀ ਜੇ। ਕਿਉਂਕਿ ਗੁਰਬਾਣੀ ਨੇ ਇਹ ਸ਼ਬਦ ਬੜੇ ਲੰਮਾ ਸਮਾਂ ਪਹਿਲਾਂ ਕਹਿ ਦਿੱਤੇ। ਇੱਕ ਗਾਂ ਜਦੋਂ ਦੁੱਧ ਦਿੰਦੀ ਹੈ, ਉਹਦੀ ਆਪਾਂ ਕਿੰਨੀ ਕਿਰਿਆ ਕਰਦੇ ਆ, ਉਹਨੂੰ ਸਵੇਰੇ ਸ਼ਾਮ ਪੱਠੇ ਪਾਉਨੇ ਆ, ਸਰਦੀਆਂ 'ਚ ਅੰਦਰ ਬੰਨਦੇ ਆ, ਗਰਮੀਆਂ 'ਚ ਬਾਹਰ ਕੱਢਦੇ ਆ, ਕਿਉਂਕਿ ਸਾਡੀ ਗਾਂ, ਕਿਉਂ ਉਹ ਸਾਨੂੰ ਦੁੱਧ ਦੇ ਰਹੀ ਹੈ। ਪਰ ਜਦੋਂ ਉਹ ਗਾਂ ਅਸੀਂ ਛੱਡ ਦਿੰਨੇ, ਉਹ ਨਖਸਮੀ ਹੋ ਜਾਂਦੀ, ਰੋੜਾਂ ਤੇ ਤੁਰੀ ਫਿਰਦੀ, ਜਿਹਦਾ ਦਿਲ ਕਰਦਾ ਉਹੀ ਸੋਟਾ ਮਾਰ ਦਿੰਦਾ, ਜਿਹਦਾ ਦਿਲ ਕਰਦਾ ਉਹੀ ਠੁੱਡ ਮਾਰ ਦਿੰਦਾ, ਕਿਉਂਕਿ ਉਹਦਾ ਖਸਮ ਕੋਈ ਨਹੀਂ। ਜੇ ਖਸਮ ਹੋਵੇ ਤੇ ਫਿਰ ਠੁੱਡ ਵੱਜੇ ਕਿਉਂ? ਜੇ ਖਸਮ ਹੋਵੇ, ਸਿਰ ਤੇ ਸਾਈ ਹੋਵੇ, ਤੇ ਫਿਰ ਠੁੱਡ ਮਾਰੇ ਕਿਉਂ ਕੋਈ? ਪਰ ਠੁੱਡ ਵੱਜਦੇ ਉਦੋਂ ਨੇ ਜਦੋਂ ਛੁੱਟੜ ਹੋ ਜਾਂਦੇ। ਦੁੱਧ ਬਿਨ ਤੇਨ ਪੰਖ ਬਿਨ ਪੰਖੀ, ਜਲ ਬਿਨ ਉਤ ਪੁੱਜ
ਕਾਮ ਨਹੀਂ। ਸਤਿਗੁਰੂ ਜੀ ਕਹਿੰਦੇ ਜਿਵੇਂ ਦੁੱਧ ਤੋਂ ਬਿਨਾਂ ਗਾਂ ਦੀ ਕੀਮਤ ਨਹੀਂ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ। ਕਹਿਣ ਲੱਗੇ ਜਿਵੇਂ ਪੰਖੀ ਦੇ ਵਿੱਚ ਜਾਨ ਤਾਂ ਹੈ, ਪਰ ਜੇ ਉਹਦੇ ਖੰਭ ਹੀ ਨਹੀਂ ਤੇ ਉਹਦੀ ਜਾਨ ਵੀ ਕੀ ਫਾਇਦਾ, ਉੱਡ ਹੀ ਨਹੀਂ ਸਕਦਾ, ਤੜਫਦਾ ਹੈ। ਬਿਲਕੁਲ ਗੁਰੂ ਕਹਿ ਸਿੱਖਾਂ ਤੇਰੇ ਅੰਦਰ ਸਵਾਸ ਤਾਂ ਹੈ, ਪਰ ਜਦ ਤੱਕ ਗੁਰੂ ਨਾਲ ਨਹੀਂ। ਤੇ ਕਹਿਣ ਲੱਗੇ ਜਿਹੜੇ ਨਖਸਮੇ ਹੁੰਦੇ ਆ ਨਾ, ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਆ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਧੇਨ ਦੁੱਧੇ ਤੇ ਬਾਹਰੀ, ਸਤਿਗੁਰੂ ਜੀ ਦਾ ਉਹ ਬਚਨ ਪੜ੍ਹਦੇ ਨੇ, ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਕ ਕਮਲਾਮਤੀ ਉਪਜੈ ਨਾਹੀ ਧਾਮ। ਸਤਿਗੁਰੂ ਜੀ ਕਹਿੰਦੇ ਨੇ ਨਾ ਛੁੱਟੜ ਗਾਂ ਦੀ ਹਾਲਤ ਹੋ ਜਾਂਦੀ ਹੈ। ਤੋ ਕਹਿਣ ਲੱਗੇ ਬਾਬਾ ਨਾਨਕ ਕਹਿੰਦਾ ਜਿਨ੍ਹਾਂ ਬੂਟਿਆਂ ਨੂੰ ਫਲ ਨਹੀਂ ਨਾ ਲੱਗਦੇ, ਉਹਨਾਂ ਦਾ ਮਾਲਕ ਫਿਰ ਉਹਨਾਂ ਨੂੰ ਉੱਥੇ ਨਖਸਮੇ ਛੱਡ ਆਉਂਦਾ ਹੈ। ਉਹ ਕੇਵਲ ਖੇਤਾਂ ਵਿੱਚ ਰਹਿੰਦੇ ਨੇ, ਉਹਨਾਂ ਦੀ ਕੋਈ ਰਾਖੀ ਨਹੀਂ ਕਰਦਾ। ਉਹਨਾਂ ਬੂਟਿਆਂ ਨੂੰ ਵੱਢਣ ਵਾਲੇ ਲੋਕ ਜਿਨ੍ਹਾਂ ਦੇ ਕੋਲੋਂ ਬਾਲਣ ਦੀ ਕਮੀ ਹੁੰਦੀ ਹੈ, ਉਹ ਆਉਂਦੇ ਨੇ, ਉਹਨਾਂ ਬੂਟਿਆਂ ਨੂੰ ਬਿਨਾਂ ਕਿਸੇ ਪੁੱਛਿਆ ਉਹਨਾਂ ਨੂੰ ਉਹ ਵੱਢ ਲੈਂਦੇ ਨੇ, ਵੱਢ ਕੇ ਆਪਣੇ ਘਰ ਵਿੱਚ ਲੈ ਜਾ ਕੇ ਫਿਰ ਚੁੱਲ੍ਹੇ ਦੇ ਵਿੱਚ ਡਾ ਦਿੰਦੇ ਨੇ। ਤੇ ਬਾਬਾ ਨਾਨਕ ਕਹਿੰਦੇ ਫਿਰ ਹਾਲਤ ਇਹੋ ਜਿਹੀ ਹੁੰਦੀ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉ, ਸੁਨੇ ਅੰਦਰ ਖੇਤ, ਫਲੀਐ ਫੁਲੀਐ ਬੱਪੜੇ ਪੀ ਤਨ ਵਿੱਚ ਸੁਆ। ਕਹਿਣ ਲੱਗੇ ਜਿਨ੍ਹਾਂ ਦੇ ਵਿੱਚ ਸੁਆ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਉਹ ਗੁਰੂ ਦਿਆ ਸਿੱਖਾ ਗੁਰੂ ਵਾਲਾ ਬਣ, ਗੁਰੂ ਦੇ ਨਾਲ ਜੁੜ। ਜਿੱਦਣ ਤੂੰ ਗੁਰੂ ਦੇ ਦਰ ਤੇ ਆ ਜਾਵੇਂਗਾ, ਜਿੱਦਣ ਤੂੰ ਗੁਰੂ ਦਾ ਬਣ ਜਾਵੇਂਗਾ, ਜਿੱਦਣ ਗੁਰੂ ਤੇਰੀ ਬਾਹ ਫੜ ਲਵੇਗਾ, ਫਿਰ ਯਕੀਨ ਕਰਕੇ ਜਾਣੀ ਦੁਨੀਆ ਦੀ ਤਾਕਤ ਤੇਰੀ ਵਾਲ ਝਾਕ ਨਹੀਂ ਸਕਦੀ, ਕਿਉਂਕਿ ਗੁਰੂ ਮੇਰੇ ਸੰਗ ਸਦਾ ਹੈ। ਨਾਲੇ ਜਦੋਂ ਗੁਰੂ ਨਾਲ ਹੈ, ਫਿਰ ਜਿੱਥੇ ਜਿੱਥੇ ਤੂੰ ਜਾਵੇਂਗਾ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਗੁਰੂ ਤੇਰੇ ਨਾਲ ਨਾਲ ਸਦਾ ਰਹੇਗਾ, ਗੁਰੂ ਤੈਨੂੰ ਸਮਤ ਬਖਸ਼ੇਗਾ। ਕਿਉਂਕਿ ਗੁਰੂ ਨੇ ਸਾਨੂੰ ਪਹਿਲਾਂ ਹੀ ਇਹ ਦਾਤਾਂ ਦਿੱਤੀਆਂ। ਬੜਾ ਲੰਮਾ ਸਮਾਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਸ੍ਰੀ ਅਨੰਦਪੁਰ ਸਾਹਿਬ, ਤੁਹਾਨੂੰ ਯਾਦ ਹੋਏਗਾ। ਦੋ ਸਕੀਨਾ ਭੈਣਾਂ ਸਨ, ਉਹਨਾਂ ਨੇ ਮਤਲਬ ਉਹ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਨਾ, ਇਹ ਰਾਤ ਦੇ ਹਨੇਰੇ ਵਿੱਚ ਉਹ ਰੇਲਵੇ ਸਟੇਸ਼ਨ ਤੇ ਉਤਰੀਆਂ। ਬੜੀ ਪੁਰਾਣੀ ਘਟਨਾ, ਥੋੜੀ ਕੁ ਲੰਬੀ ਹੋ ਗਈ ਹੈ। ਤੇ ਉਦੋਂ ਜਦੋਂ ਉਹ ਰਾਤ ਦੇ ਹਨੇਰੇ ਵਿੱਚ ਉਤਰੀਆਂ ਤੇ ਉਹਨਾਂ ਨੇ ਸ੍ਰੀ ਸਾਹਿਬ ਪਾਏ ਕਿਰਪਾਨਾਂ ਪਾਣਾ ਸੀ। ਦੇਖੋ ਜਦੋਂ ਗੁਰੂ ਨਾਲ ਹੈ ਨਾ, ਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਕਿ ਤੁਹਾਡੀਆਂ ਅੱਖਾਂ ਵੱਲ ਵੇਖ ਸਕੇ। ਉਹਨਾਂ ਦੋਨਾਂ ਭੈਣਾਂ ਨੇ ਕਿਰਪਾਨਾਂ ਪਾਣਾ ਸੀ। ਤੇ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਉਹ ਉਤਰੀਆਂ, ਦੋਵੇਂ ਭੈਣਾਂ, ਕੋਈ ਦੁਕਾਨ ਸੀ, ਉਹਨਾਂ ਦਾ ਸਮਾਨ ਲੈ ਕੇ ਆਈਆਂ ਸਨ। ਜਦੋਂ ਉਤਰੀਆਂ ਤੇ ਉੱਥੇ ਇੱਕ ਪੁਲਿਸ ਵਾਲਾ ਸੀ ਵਰਦੀ ਪਾਈ ਹੋਈ, ਜਿਹਨੇ ਰੱਖਿਆ ਕਰਨੀ ਸੀ। ਤੇ ਜਦੋਂ ਰੰਗ ਰੱਖਿਆ ਕਿ ਤੁਹਾਡੀ ਰੱਖਿਆ ਕਰਨ ਵਾਲੇ ਰਾਖਸ਼ ਬਣ ਜਾਣ, ਫਿਰ ਉਮੀਦ ਕਿਤੋਂ ਰੱਖੋਗੇ। ਜਦੋਂ ਉਹਨੇ ਦੇਖਿਆ ਵੀ ਇਹ ਦੋਨੋਂ ਬੱਚੀਆਂ ਇਕੱਲੀਆਂ ਨੇ, ਉਹਨੇ ਉਹਨਾਂ ਦੀ ਆਬਰੂ ਨੂੰ ਹੱਥ ਪਾਉਣ ਦਾ ਯਤਨ ਕੀਤਾ। ਤੁਹਾਨੂੰ ਯਾਦ, ਉਹਨਾਂ ਨੇ ਕਿਰਪਾਨ ਕੱਢ ਕੇ ਫਿਰ ਉਹਦੇ ਅੰਦਰ ਖਬੋ ਦਿੱਤੀ ਸੀਗੀ। ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਇਨਾਮ ਵੀ ਦਿੱਤਾ ਸੀ। ਅੱਜ ਉਹਨਾਂ ਨੂੰ ਅਨੰਦਪੁਰ ਦੁਕਾਨਾਂ ਅਲਾਟ ਕੀਤੀ ਹੋਈ ਹੈ। ਇਹ ਤਾਂ ਹੀ ਗੁਰੂ ਨੇ ਦਿੱਤੀਆਂ ਸੀ ਵੀ ਜਦ ਤੁਹਾਡੇ ਵੱਲ ਕੋ ਵਧੇ, ਪਰ ਕਾਰਨ ਕਿ ਅਸੀਂ ਗੁਰੂ ਦਾ ਸਿਧਾਂਤ ਛੱਡ ਦਿੱਤਾ। ਮੈਂ ਫਿਰ ਉੱਥੇ ਆ ਗਿਆ ਵੀ ਅੱਜ ਸਾਨੂੰ 2 ਇੰਚੀ ਕਿਰਪਾਨ ਪਾਉਣੀ ਮਨਜ਼ੂਰ ਹੈ, ਜੇ ਕਹਿ ਦਈਏ 6 ਇੰਚੀ 9 ਇੰਚੀ। ਯਾਰ ਤੁਹਾਡੇ ਵੱਲ ਕੋ ਵੱਧਦਾ, ਕਿਸੇ ਨੂੰ ਕੁਛ ਮਾਰੋ ਤਾਂ ਸਹੀ, ਪਤਾ ਤਾਂ ਲੱਗੇ ਕਿਸੇ ਦੀ ਰੱਖਿਆ ਕਰ ਰਹੇ, ਪਰ ਗੁਰੂ ਦਾ ਸਿਧਾਂਤ ਭੁੱਲ ਗਏ ਅਸੀਂ। ਅੱਜ ਸਾਡੀਆਂ ਬੱਚੀਆਂ ਨੂੰ ਜਿਹੜੇ ਬੱਚੇ ਚਾਹੀਦੇ ਨੇ ਉਹ ਸਰਦਾਰ ਨਹੀਂ ਚਾਹੀਦੇ ਜੀ, ਸਾਨੂੰ ਉਹਨਾਂ ਨੂੰ ਜਿਹੜੇ ਨੇ ਉਹ ਚਾਹੀਦੇ ਹੀ ਉਹ ਨੇ ਜਿਹੜੇ ਮੋਨੇ ਨੇ, ਜਿਹੜੇ ਕਲੀਨ ਸੇਵ ਨੇ। ਕਿਉਂ ਨਹੀਂ ਅਸੀਂ ਉਹਨਾਂ ਨੂੰ ਦੱਸ ਸਕੇ ਵੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ। ਸੋ ਖੈਰ, ਸਤਿਗੁਰੂ ਜੀ ਦੇ ਉਹਨਾਂ ਬਚਨਾਂ ਵੱਲ ਫਿਰ ਆਈਏ। ਸਤਿਗੁਰੂ ਜੀ ਕਹਿੰਦੇ ਗੁਰੂ ਨਾਲੋਂ ਟੁੱਟ ਕੇ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਸ ਤਰ੍ਹਾਂ ਤਿਲ ਦੇ ਬੂਟੇ ਨੇ। ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਹੈ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰਮੰਤਰੰ ਅਹਿੰਸਾ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਨ ਹੈ, ਕੂਕਰਾ ਹੈ ਸੂਕਰਾ ਹੈ, ਗਰਦਵ ਹੈ, ਕਾਕਾ ਹੈ, ਸਰਪਨ ਹੈ, ਤੁਲਖਲ ਹੈ। ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸ਼ਲੋਕ ਸਹਿਸਕ੍ਰਿਤੀ ਅੰਦਰ ਵਰਤਿਆ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੋ ਗਿਆ, ਜਿਹੜਾ ਗੁਰੂ ਦੀ ਵਿਚਾਰਧਾਰਾ ਤੋਂ ਹੀਣਾ ਹੋ ਗਿਆ, ਦਰਅਸਲ ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਇਸ ਸੰਸਾਰ ਤੋਂ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਮਹਾਰਾਜ ਜੀ ਨੂੰ ਗੁਰੂ ਕਾ ਸਿੱਖ ਕਹਿਣ ਲੱਗਾ ਦਾਤਿਆ, ਗੁਰੂ ਦੀ ਬਾਣੀ ਕਹਿੰਦੀ ਹੈ ਕਿ ਅਵਰ ਯੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ। ਉਹ ਬੰਦਿਆ ਤੂੰ ਇਸ ਧਰਤੀ ਦਾ ਸਰਦਾਰ ਹੈ। ਤੇ ਪਰ ਸਤਿਗੁਰੂ ਜੀ ਤੁਸੀਂ ਅੰਮ੍ਰਿਤ ਬਚਨਾਂ 'ਚ ਕਹਿ ਰਹੇ ਹੋ ਨਾ ਕਿ ਜਿਹੜਾ ਗੁਰੂ ਦੀ ਵਿਚਾਰਧਾਰਾ ਤੋਂ, ਗੁਰੂ ਦੇ ਮੰਤਰ ਤੋਂ ਹੀਣਾ ਹੋ ਗਿਆ, ਉਹ ਇੱਕ ਕੁੱਤੇ ਦੇ ਬਰਾਬਰ ਹੈ। ਸਤਿਗੁਰੂ ਜੀ ਕਹਿਣ ਲੱਗੇ ਹਾਂ। ਕਹਿਣ ਲੱਗੇ ਛੋਟਾ ਜਿਹਾ ਬੱਚਾ ਸੀ, ਧਿਆਨ ਦਿਓ ਇਸ ਸ਼ਬਦ ਨੂੰ ਸਮਝਣ ਵਾਸਤੇ। ਸਵੱਬ ਬਣਿਆ ਤਾਂ ਕਿਤੇ ਇਸ ਸ਼ਬਦ ਨੂੰ ਪੂਰਨ ਤੌਰ ਤੇ ਫਿਰ ਕਿਤੇ ਖੋਲਾਂਗੇ, ਸਮਾਂ ਨਹੀਂ, ਮੈਂ ਸੰਖੇਪ ਵਿਆਖਿਆ ਕਰਾਂਗਾ ਇਹਦੀ। ਹੁਣ ਕਹਿਣ ਲੱਗੇ ਧੰਨ ਗੁਰੂ ਅਰਜਨ ਮਹਾਰਾਜ ਜੀ ਕਹਿਣ ਲੱਗੇ ਛੋਟਾ ਜਿਹਾ ਬੱਚਾ ਸੀਗਾ ਕੁੱਤਾ, ਮਾਲਕ ਨੇ ਉਹਨੂੰ ਲਿਆਂਦਾ, ਬੜੇ ਪਿਆਰ ਦੇ ਨਾਲ ਪਾਲਿਆ, ਸਵੇਰੇ ਸ਼ਾਮ 2 ਪ੍ਰਸ਼ਾਦੇ ਪਾ ਦਿਆ ਕਰੇ।
कहन लगे वो बड़ा खुश, मालक की हिफाजत बड़े प्रेम नाल करिया करी। समा चलदा गया। कहन लगे एक दिन कुत्ते कोलों ना कोई गलती हो गई ते मालक ने अपने कुत्ते नूं कुटना शुरू कर दिता। कहन लगे कुटिया, पर कुत्ते ने फिर भी रोष नहीं मनाया। कहन लगा ओ जाने मेरा मालक अजे मार लिया कोई नहीं। कहन लगे सारी रात सर्दियां दी रुत विच मालक फिर अंदर सौ गया, कुत्ता बाहर फिर भी राखी कर रहा। उहदे मन विच कोई नहीं है भी मेरे मालक ने मैनू मारिया, मैं इहदी राखी क्यों करा, इहने अज मैनू कुटिया बड़ा। कहन लगे वो फिर राखी कर रहा। कहन लगे सवेरे मालक उठिया, उहदा गुस्सा फिर शांत नहीं होया। उन्हें ठंड विच जदों मालक ने दरवाजा खोलिया, कुत्ते ने फिर पैर चट्टे भी मेरा मालक है। पर कहन लगे मालक ने उहदे फिर 4 होर मारियां। गुस्सा ठंडा नहीं होया। कहन लगा तेनू घर ही नहीं रखना, चल तेनू बाहर छड्ड के आवां। कहन लगे बोरे दे विच पाया कुत्ते नूं ते दूर राजे छड्ड के मालक अजे घर नहीं परतिया, कुत्ता फिर दरवाजे अगे खड़ा है। ओ धन गुरु अर्जन महाराज कहन लगे, ओ गुरु क्या सिखा, जदों तो तेनू इस मालक ने यह शरीर बख्शिया है, जदों तो तेरी उन्हें मां दे पेट विच घाड़त कड़ी है, एक एक पल तेरी रखिया करन वाला वाहेगुरु, ते जदों तू संसार ते आया उन्होंने पता तू खुराक नहीं खांदा, मां दे थणा विच दुध आ गया, थोड़ा क वड्डा हो गया, जदों तू जवान हो गया ते तेनू भैन भरा सज्जन मित्र दे दिते, तेरा इना ख्याल रखण वाला वाहेगुरु, ते कदे तू एक भी कुताई हो जाती ते रब नू अलामे देना हो, जे सिखना ते उस कुत्ते तो सिख। होए बाबा बुल्ले शाह ने बड़े सोहने शब्द वरते ने। कहण लगा राती जागण करें इबादत, राती जागण कुत्ते बंदिया तेथों उत्ते, मालक अपने दा दर ना छड़ दे भावें 100 वजन जुत्ते, उठ बुल्ले शाह यार मनाना नहीं तां बाजी लै गए। कुत्ते बंदिया जीवन वल झात के देख, तेनू सवेर तो शाम तक रब तेनू तत्ती वाह नहीं लगन देंदा। तू मां मंगी उन्हें मां दिती, प्यो दिता, भैन दिती, भरा दिते, तेनू उन्हें चाचे ताए मामे दिते, रमैया के गुण चेत पुरानी, कवन मूल ते कवन दृष्टानी, जिन तू साज सवार शिंगारिया, गर्भ अग्न मह जिने उबारिया, बारक वस्ता प्यार तुझ प्यारे तुझे दूध, पर जोबन भोजन सुख सूद, बिरद पया उपर साख सैन। सतगुरु जी कहते की नहीं कीता उन्हें तेरे लिए, सारा कुछ वाहेगुरु कोलों मंगदा है, जिन्नियां दातां मंगदा है वाहेगुरु तेनू देई जांदा है, पर तू ना शुकरा इना के जे किते माड़ी जी जीवन विच भीड़ हो जाए ते तू अपने मालक नू छड्ड देना, तू अपने मालक दे उत्ते उंगलां चुकदा, तू अपने मालक नू त्याग देना। सतगुरु जी कहते तेरा भरोसा तेरे गुरु तो इना को कच्चा है, जे प्रसाद वसा सुख मंदिर, तिसे ध्याए सदा मन अंदरों, जिन्हें तेनू 36 प्रकार दे भोजन दिते। गुरु कह सिखा, कहन लगे उस कुत्ते तो जीवन दी बाजी सिख होए, जेड़ा 2 रोटियां दे उत्ते अपने मालक प्रति इना को वफादार है, मारदा भी है, कुटदा भी है, घरों भी कटदा है, पर कहन लगा जो मर्जी कर ला, मैं तेरा दर नहीं छड्डना, तेरा ऋणी है क्योंकि तू प्रसादे दिते। गुरु कह सिखा तेरा भरोसा तेरे गुरु ते इना को होना चाहिए, जो जीवन में आ जावे कह ला मारे मेरे मालका, जे सुख दे ता इत ही राजा, दुख विच सुख मनाई। सतगुरु जिस तरह के हालात पैदा हो जाण, पर मैनू दुनिया की ताकत तेरे नालों तोड़ ना सके, मेरा भरोसा मेरे गुरु ते इना बन जावे। गुरु कृपा करे, गुरु रहमत करे। सतगुरु जी कहन लगे सच करके जानी, जिस दिन गुर पूरा भेटियो वडभागी, मने पया प्रगासा, कोई ना पहुंचण हारा दूजा, अपने साहिब का प्रवासा। तेनू अपने साहिब दे ते इना क प्रवासा होना चाहिए, तेनू अपने जीवन ते अपने गुरु ते इना भरोसा होना चाहिए कि मेरा गुरु मैनू तत्ती वाह नहीं लगन देवेगा, क्योंकि मैं गुरु दी शरण विच हां। तू गुरु दे बचनां नू जिवें हिरदे विच वसा लवेंगा, यकीन करके जानी, जिवें जिवें गुरु दे बचन तेरे हिरदे विच वसदे जाणगे, जिवें जिवें बाणी नू समझदा ते पढ़दा जावेगा, जिवें जिवें बाणी दे विच डूंगा हुंदा जावेगा, आत्मिक जीवन दी लै उनी उच्ची हुंदी जावेगी, ते उदवें उवें ही सतगुरु जी तेरे ते रहमतां करदे रहणगे। इसे करके सतगुरु जी ने कहा सी बाणी गुरु, गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे। ये प्रतख गुरु है, ये ओ गुरु है जिहदे दर दे उत्ते आया गुरु कहंदा आ मेरा गुरु कह सिखा। गुरु बामा खिलार के खड़ा है, गुरु कहंदा एक बार तू मेरे गल लग, क्योंकि चरण शरण गुरु एक पैंडा जाए, चल सतगुरु कोट पैंडा आगे होए, लेत है तेनू गुरु अगे बामा पसार के खड़ा है। आ सिखा आ एक बार मेरे गल लग, आपां गल्लां तां करिए। जिस दिन तू गुरु नाल गल्लां करनियां बातां पाउणियां शुरू कर देवेगा, यकीन करके जानी उस दिन जीवन विच हनेरा ही, जीवन विच रोशनी रोशनी है। नहीं तो एक गल याद रखी फिर, जे सो चंदा उगवे सूरज चढ़े, 1000
ਇਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਫਿਰ ਜੀਵਨ ਵਿੱਚ ਗੁਰੂ ਤੋਂ ਬਿਨਾਂ ਰੋਸ਼ਨੀ ਨਹੀਂ ਆ ਸਕਦੀ, ਗੁਰੂ ਤੋਂ ਬਿਨਾਂ ਜੀਵਨ ਵਿੱਚ ਖੇੜਾ ਨਹੀਂ ਆ ਸਕਦਾ, ਗੁਰੂ ਤੋਂ ਬਿਨਾਂ ਜੀਵਨ ਵਿੱਚ ਵਿਕਾਸ ਨਹੀਂ ਆ ਸਕਦਾ, ਗੁਰੂ ਬਿਨਾਂ ਜੀਵਨ ਵਿੱਚ ਸਹਿਜ ਤੇ ਆਨੰਦ ਤੇ ਆਤਮਿਕ ਸ਼ਾਂਤੀ ਨਹੀਂ ਆ ਸਕਦੀ। ਗੁਰੂ ਹੀ ਗੁਰੂ ਹੈ, ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਜੀਵਨ ਵਿੱਚ ਅੰਧੇਰਾ ਹੈ, ਗੁਰੂ ਤੋਂ ਬਿਨਾਂ ਦੁਨੀਆ ਦੀ ਕੋਈ ਤਾਕਤ ਮੁਕਤੀ ਨਹੀਂ ਦੇ ਸਕਦੀ। ਇਸ ਕਰਕੇ ਆਪਾ ਭਾਵ ਨੂੰ ਤਿਆਗਦਿਆਂ ਹੋਇਆਂ ਗੁਰੂ ਕਿਆ ਸਿੱਖਾ, ਆ ਗੁਰੂ ਦੇ ਚਰਨਾਂ ਦੇ ਵਿੱਚ ਜੁੜ, ਗੁਰੂ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ। ਜਿਸ ਦਿਨ ਗੁਰਬਾਣੀ ਤੇਰੇ ਜੀਵਨ ਦਾ ਆਧਾਰ ਬਣ ਕੇ ਸੱਚ ਕਰਕੇ ਜਾਣੀ, ਉਦੋਂ ਦੁਨੀਆ ਦੇ ਲੋਕ ਤੇ ਪ੍ਰਲੋਕ ਸਹੇਲੇ ਹੋ ਜਾਣਗੇ। ਉਦੋਂ ਜੀਵਨ ਵਿੱਚ ਰੋਸ਼ਨੀ ਹੀ ਰੋਸ਼ਨੀ, ਆਨੰਦ ਹੀ ਆਨੰਦ, ਵਿਕਾਸ ਹੀ ਵਿਕਾਸ, ਖੜਾਓ ਹੀ ਖੜਾਓ ਆਵੇਗਾ। ਗੁਰੂ ਕਿਰਪਾ ਕਰ, ਨਿਯਤ ਸਮਾਂ ਸਮਾਪਤ ਹੋ ਚੁੱਕਾ। ਗੁਰੂ ਕੇ ਪਿਆਰਿਓ, ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਦਾ, ਜਿਨ੍ਹਾਂ ਨੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਸੇਵਾ ਲਈ। ਕੋਟਾਨ ਕੋਟ ਸ਼ੁਕਰ ਆਪ ਸਿੱਖ ਸੰਗਤਾਂ ਦਾ, ਜਿਨ੍ਹਾਂ ਨੇ ਗੁਰੂ ਜਸ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰਨ, ਜਿਨ੍ਹਾਂ ਨੇ ਮਾਣ ਬਖਸ਼ਿਆ ਹੈ। ਕੋਟਾਨ ਕੋਟ ਸ਼ੁਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ, ਸਮੂਹ ਸਕੱਤਰ ਸਾਹਿਬ ਸਟਾਫ ਦਾ, ਗੁਰੂ ਸਾਹਿਬ ਜੀ ਦੇ ਵਜ਼ੀਰ, ਸਮੂਹ ਸਟਾਫ ਗੁਰਦੁਆਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਦੁਬਾਰਾ ਸਮਾਂ ਬਖਸ਼ ਕੇ ਨਵਾਜਿਆ ਹੈ। ਕਿਉਂਕਿ 10-20 ਫਰਵਰੀ ਨੂੰ ਵਾਪਸ ਜਾ ਰਿਹਾ ਹੈ, ਫਿਰ ਆਪਣੀ ਜਰਮਨੀ, ਫਿਰ ਕਿਤੇ ਸਬੱਬ ਬਣੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਾਂਗੇ। तो बहुत बहुत धन्यवाद आप सिख संगतां दा जिन्हां ने दर्शन करन दा मौका बख्शिया है जी। उन्हां भुल्लां चुक्कां दी खिमा। वाहिगुरू जी का खालसा, वाहिगुरू जी की फतेह। बोले सो निहाल।